वाहिगुरु साहिब जीओ। टूटै नेह के बोलह सही, टूटै बाहां दुहूं दिश गही। टूटै नेह के बोलह सही, टूटै बाहां दुहूं दिश गही। टूट परीत गई बुर बोल, दुरमत पर हर छाडी ढोल। टूटै गंठ पड़ै विचार, गुर शब्दी घर कारज सार। लाहा साच न आवै तोटा, त्रिभवन ठाकुर प्रीतम मोटा। ठाको मनुआ राखो ठाए, ठहक मुई अवगुण पछुताई। ठाकुर एक सबाई नार, बहुते वेश करे कूड़ियार। पर कर जाति ठाक रहाई, महल बुलाई ठाक न पाई। शब्द सवारी साच प्यारी, साई सुहागन ठाकुर तारी। शब्द सवारी साच प्यारी, साई सुहागन ठाकुर तारी। वाहिगुरु जी का खालसा, वाहिगुरु जी की फतेह। परम सन्मानयोग चवर शतर तख्त दे मालक साहिब कमाल सतगुरु श्री गुरु ग्रंथ साहिब महाराज तिन्हां दे पावन दरबार की हाज़री पर रहे गुरमुख प्यारे सतसंगी जनों, गुरु पातशाह जी ने कृपालता की है जो लड़ीवार चल रही पावन गुरबाणी की विचार नाल सांझ पा के मनुखा जिंदगी के इस समय नूं सफला बनाउण दा यतन कर रहे हाँ। लड़ीवार चल रही विचार विचों राग रामकली विच पहले पातशाह जगत गुरु धन गुरु नानक साहब महाराज तिन्हां दी रसना तो उचारण की हुई पावन बाणी ओंकार दी विचार चल रही है और इस अमृत बाणी विचों हुण तक 27 पदियां दी विचार असीं मुकम्मल कर चुके हाँ। आओ उस तो अगलेरे 2 पदे जिन्हां दा कि आप जी पाठ श्रवण कर रहे सी,
ਇਹਨਾਂ ਨੂੰ ਅੱਜ ਦੇ ਇਸ ਦੀਵਾਨ ਵਿੱਚ ਵਾਚਨ ਸਮਝਣ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਚੱਲ ਰਹੀ ਵਿਚਾਰ ਚਰਚਾ ਦੇ ਦੌਰਾਨ ਸਾਹਮਣੇ ਬੈਠੇ ਹੋਏ ਪੰਡਤ ਨੂੰ ਇਹ ਸ਼ਬਦ ਕਹੇ ਹਨ ਕਿ ਇਹ ਪੰਡਤ ਜੀ, ਨਿਰੰਕਾਰ ਪਰਮੇਸ਼ਵਰ ਦੇ ਨਾਲ ਜਿੱਥੇ ਮਨੁੱਖ ਨੇ ਜੁੜਨਾ ਹੈ, ਉੱਥੇ ਨਾਲ ਹੀ ਇਸ ਗੱਲ ਦਾ ਵੀ ਇਸਨੇ ਧਿਆਨ ਰੱਖਣਾ ਹੈ ਕਿ ਇਸ ਨੇ ਸੰਸਾਰ ਵਿੱਚ, ਸਮਾਜ ਵਿੱਚ ਕਿਸ ਢੰਗ ਦੇ ਨਾਲ ਵਿਚਰਨਾ ਹੈ। ਕਿਉਂਕਿ ਉਂਝ ਇਸ ਗੱਲ ਦਾ ਬਾਹਰੋਂ ਇਨਸਾਨ ਦਾਅਵਾ ਕਰੇ ਕਿ ਰੱਬ ਦੇ ਨਾਲ ਮੇਰੀ ਸਾਂਝ ਬਣ ਗਈ ਹੈ, ਪਰਮੇਸ਼ਰ ਨੂੰ ਮੈਂ ਪਾ ਲਿਆ ਹੈ, ਪਰ ਜਦੋਂ ਇਸ ਮਨੁੱਖ ਦੇ ਕੋਈ ਕੋਲ ਬੈਠੇ ਇਹਦੀਆਂ ਗੱਲਾਂ ਸੁਣੇ ਤੇ ਇਹਦੇ ਕਿਰਦਾਰ ਵਿੱਚੋਂ, ਇਹਦੇ ਬੋਲਣ ਵਿੱਚੋਂ ਉਸ ਅਕਾਲ ਪੁਰਖ ਪਰਮਾਤਮਾ ਜੀ ਦੇ ਗੁਣ ਬਿਲਕੁਲ ਵੀ ਝਲਕਦੇ ਨਾ ਹੋਣ, ਤਾਂ ਇਹਦਾ ਭਾਵ ਫਿਰ ਇਹ ਹੋਏਗਾ ਕਿ ਮਿਲਾਪ ਦਾ ਕੇਵਲ ਇੱਕ ਦਿਖਾਵਾ ਹੈ। ਅਜੇ ਮਿਲਾਪ ਹੋਇਆ ਨਹੀਂ, ਕਿਉਂਕਿ ਜਿੱਥੇ ਮਿਲਾਪ ਹੈ ਉਸ ਜਗ੍ਹਾ ਤੇ ਵਾਹਿਗੁਰੂ ਪਰਮੇਸ਼ਵਰ ਜੀ ਦੇ ਗੁਣ ਵੀ ਪ੍ਰਗਟ ਹੁੰਦੇ ਹਨ। ਜਿਹੜਾ ਹਿਰਦਾ ਨਿਰੰਕਾਰ ਜੀ ਦੇ ਚਰਨਾਂ ਵਿੱਚ ਜੁੜਿਆ ਹੋਇਆ, ਉਸ ਹਿਰਦੇ ਵਿੱਚ ਪਰਮੇਸ਼ਵਰ ਦੇ ਸਾਰੇ ਗੁਣ ਆਪਣੇ ਆਪ ਹੀ ਦਿਸਣਗੇ, ਪ੍ਰਗਟ ਹੋਣਗੇ। ਹੁਣ ਇਹ ਨਹੀਂ ਹੋ ਸਕਦਾ ਕਿ ਮਨੁੱਖ ਕਹੇ ਕਿ ਸਾਹਮਣੇ ਚੰਦਨ ਦਾ ਬੂਟਾ ਹੈ ਪਰ ਉੱਥੇ ਸੁਗੰਧੀ ਤਾਂ ਹੈ ਹੀ ਨਹੀਂ, ਜਾਂ ਕੋਈ ਇਹ ਗੱਲ ਕਹੇ ਕਿ ਮੈਂ ਦੀਵਾ ਜਗਾ ਕੇ ਰੱਖਿਆ ਹੋਇਆ ਪਰ ਜਦੋਂ ਅਸੀਂ ਕੋਲ ਜਾਈਏ ਤੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋਵੇ। ਜਿਹੜੇ ਥਾਂ ਤੇ ਚੰਦਨ ਹੋਏਗਾ ਉੱਥੇ ਸੁਗੰਧੀ ਵੀ ਹੋਏਗੀ, ਤੇ ਜਿਹੜੀ ਜਗ੍ਹਾ ਤੇ ਦੀਵਾ ਜਗ ਰਿਹਾ ਹੋਏਗਾ ਉੱਥੇ ਚਾਰੇ ਪਾਸੇ ਚਾਨਣ ਹੋਏਗਾ, ਉੱਥੇ ਹਨੇਰੇ ਨੂੰ ਕੋਈ ਥਾਂ ਨਹੀਂ। ਤਾਂ ਕਹਿਣ ਦਾ ਭਾਵ ਇੱਥੇ ਫੋਕੇ ਦਾਅਵੇ ਨਹੀਂ ਹਨ। ਜਿੱਥੇ ਮਿਲਾਪ ਹੈ ਉੱਥੇ ਕਿਰਪਾ ਵੀ ਸਪਸ਼ਟ ਤੌਰ ਤੇ ਇਨਸਾਨ ਨੂੰ ਦਿਸੇਗੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦਿਆਂ ਹੋਇਆਂ ਇਹ ਬਚਨ ਉਚਾਰਦੇ ਹਨ, ਟੂਟੈ ਨੀਹ ਕਿ ਬੋਲੇ ਸਹੀ, ਟੂਟੈ ਬਾਹਾਂ ਦੁਹੂੰ ਦਿਸ਼ ਗਹੀ, ਟੂਟ ਪਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਇੱਥੇ ਮਹਾਰਾਜ ਜੀ ਨੇ ਪਹਿਲੀਆਂ 3 ਤੁਕਾਂ ਦੇ ਵਿੱਚ ਵਾਰ-ਵਾਰ ਬੋਲਣ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਇਨਸਾਨ ਕੌੜਾ ਬੋਲਦਾ ਹੈ, ਬੁਰਾ ਬੋਲਦਾ ਹੈ, ਮਾੜੇ ਸ਼ਬਦ ਕਹਿੰਦਾ ਹੈ, ਤਾਂ ਇਹਦੇ ਉਹ ਮੰਦੇ ਸ਼ਬਦ ਬੋਲਣ ਦੇ ਕਾਰਨ ਇਹਦੀ ਪ੍ਰੀਤ, ਇਹਦੀ ਸਾਂਝ, ਇਹਦਾ ਪਿਆਰ ਟੁੱਟ ਜਾਇਆ ਕਰਦਾ ਹੈ। ਤੇ ਜੇਕਰ ਇਸੇ ਹੀ ਜ਼ੁਬਾਨ ਦੇ ਨਾਲ ਵਿਚਾਰ ਕਰਕੇ ਚੰਗੇ ਬਚਨ ਬੋਲੇ ਜਾਣ, ਮਿਠਾਸ ਵਾਲੇ ਸ਼ਬਦ ਕਹੇ ਜਾਣ, ਤਾਂ ਜਿਨ੍ਹਾਂ ਥਾਵਾਂ ਤੋਂ ਪਹਿਲਾਂ ਤੋਂ ਸਾਂਝ ਟੁੱਟੀ ਹੋਈ ਹੈ ਉੱਥੇ ਸਾਂਝ ਦੁਬਾਰਾ ਫਿਰ ਗੰਢੀ ਵੀ ਜਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਬਹੁਤ ਸਾਰੇ ਥਾਵਾਂ ਤੇ ਇਹ ਜ਼ਿਕਰ ਕੀਤਾ ਹੈ ਕਿ ਇਨਸਾਨ ਨੇ ਕਿਵੇਂ ਬੋਲਣਾ ਹੈ, ਕਿੰਨਾ ਕੁ ਬੋਲਣਾ ਹੈ, ਕਿਹਦੇ ਨਾਲ ਬੋਲਣਾ ਹੈ। ਇਹ ਵੀ ਜ਼ਿਕਰ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲੇਗਾ। ਵੈਸੇ ਮਨੁੱਖ ਨੂੰ ਪਰਮੇਸ਼ਰ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ। ਜਿਸ ਪਰਮੇਸ਼ਰ, ਜਿਸ ਨਿਰੰਕਾਰ ਨੇ ਇਸ ਨੂੰ ਬੋਲਣ ਵਾਸਤੇ ਇਹ ਜ਼ੁਬਾਨ ਦਿੱਤੀ ਹੈ,
ਤੇ ਕੱਲੀ ਜ਼ੁਬਾਨ ਨਹੀਂ ਦਿੱਤੀ ਹੈ, ਬਲਕਿ ਇਸ ਜ਼ੁਬਾਨ ਵਿੱਚ ਤਾਕਤ ਪਾਈ ਹੈ ਕਿ ਸ਼ਬਦ ਕਹਿ ਸਕੇ। ਪਿੱਛੇ ਵੀ ਬਾਣੀ ਦੀ ਵਿਚਾਰ ਕਰਦੇ ਆਪਾਂ ਸਮਝਿਆ ਸੀ, ਦੁਨੀਆ ਦੇ ਵਿੱਚ ਜਿੰਨੇ ਵੀ ਜਾਨਵਰ ਹਨ, ਪੰਛੀ ਹਨ, ਕੀਟ ਪਤੰਗੇ ਨੇ, ਜ਼ੁਬਾਨ ਉਹਨਾਂ ਦੇ ਮੂੰਹ ਦੇ ਵਿੱਚ ਵੀ ਪਰਮਾਤਮਾ ਨੇ ਦਿੱਤੀ ਹੈ। ਪੰਛੀ ਵੀ ਆਪਣੇ ਆਪਣੇ ਢੰਗ ਦੇ ਨਾਲ ਬੋਲਦੇ ਹਨ, ਉਹਨਾਂ ਦੀਆਂ ਆਵਾਜ਼ਾਂ ਵੱਖਰੀਆਂ ਵੱਖਰੀਆਂ ਨੇ। ਜਾਨਵਰਾਂ ਦੇ ਬੋਲਣ ਦੀ ਆਵਾਜ਼ ਵੀ ਅਲੱਗ-ਅਲੱਗ ਹੁੰਦੀ ਹੈ। ਕਿਸੇ ਪ੍ਰਜਾਤੀ ਦਾ ਜਾਨਵਰ ਹੋਰ ਢੰਗ ਦੇ ਨਾਲ ਬੋਲਦਾ, ਦੂਜੀ ਪ੍ਰਜਾਤੀ ਵਾਲਾ ਹੋਰ ਢੰਗ ਨਾਲ ਬੋਲੇਗਾ। ਜ਼ੁਬਾਨ ਜਾਨਵਰਾਂ ਨੂੰ ਵੀ ਮਿਲੀ ਹੈ, ਜ਼ੁਬਾਨ ਪੰਛੀਆਂ ਨੂੰ ਵੀ ਮਿਲੀ ਹੈ। ਛੋਟੇ ਛੋਟੇ ਕੀੜਿਆਂ ਦੇ ਮੂੰਹ ਦੇ ਵਿੱਚ ਵੀ ਜ਼ੁਬਾਨ ਹੈ। ਰਾਤ ਟਿਕੀ ਹੋਈ ਹੋਵੇ ਤੇ ਕੀਟ ਪਤੰਗਿਆਂ ਦੇ ਬੋਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ। ਪਰ ਮਸਲਾ ਇਹ ਹੈ ਕਿ ਉਹ ਵਿਚਾਰੇ ਉਵੇਂ ਨਹੀਂ ਬੋਲ ਸਕਦੇ ਹਨ ਜਿਵੇਂ ਮਨੁੱਖ ਬੋਲਦਾ ਹੈ। ਮਨੁੱਖ ਦੇ ਕੋਲ ਤੇ ਆਪਣੀ ਬੋਲੀ ਹੈ, ਆਪਣੀ ਭਾਸ਼ਾ ਹੈ। ਸੰਸਾਰ ਦੇ ਵਿੱਚ 5000 ਤੋਂ ਵੱਧ ਭਾਸ਼ਾਵਾਂ ਨੇ ਜਿਹੜੀਆਂ ਬੋਲੀਆਂ ਜਾਂਦੀਆਂ ਹਨ। ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਵਾਲੇ, ਵੱਖ-ਵੱਖ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਆਪਣੀ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਹਨ। ਸੋ ਕਹਿਣ ਦਾ ਭਾਵ, ਇਨਸਾਨ ਭਾਸ਼ਾ ਸਿੱਖ ਵੀ ਸਕਦਾ ਹੈ। ਜਿਹੜੀ ਭਾਸ਼ਾ ਇਹਦੀ ਆਪਣੀ ਮਾਤ ਭਾਸ਼ਾ, ਉਹਦੇ ਤੋਂ ਇਲਾਵਾ ਵੀ ਇਹ ਚਾਹੇ ਤੇ ਦੂਜੀਆਂ ਭਾਸ਼ਾਵਾਂ ਸਿੱਖ ਕੇ ਤੇ ਉਹ ਵੀ ਬੋਲ ਸਕਦਾ ਹੈ। ਪਰ ਜਾਨਵਰ ਇਹ ਕਾਰਜ ਨਹੀਂ ਕਰ ਸਕਦੇ ਹਨ। ਉਹ ਤਾਂ ਇੱਕ ਹੀ ਪ੍ਰਕਾਰ ਦੀ ਆਵਾਜ਼ ਆਪਣੇ ਮੂੰਹ ਦੇ ਵਿੱਚੋਂ ਕੱਢ ਸਕਦੇ ਨੇ। ਹੁਣ ਮਨੁੱਖ ਚਾਹੇ ਇਹ ਖੁਸ਼ ਹੋਵੇ ਤੇ ਆਪਣੀ ਖੁਸ਼ੀ ਵੀ ਸਾਂਝੀ ਕਰ ਸਕਦਾ ਹੈ। ਮਨੁੱਖ ਬਹੁਤ ਜ਼ਿਆਦਾ ਦੁਖੀ ਹੋਵੇ ਤੇ ਆਪਣਾ ਦੁੱਖ ਵੀ ਕਿਸੇ ਦੇ ਨਾਲ ਸਾਂਝਾ ਕਰ ਸਕਦਾ ਹੈ। ਉਹ ਬੋਲ ਕੇ ਸਾਂਝਾ ਹੋਏਗਾ, ਦੁੱਖ ਵੀ ਬੋਲ ਕੇ ਸਾਂਝਾ ਹੋਏਗਾ, ਸੁੱਖ ਵੀ ਬੋਲ ਕੇ ਸਾਂਝਾ ਹੋਏਗਾ। ਤਾਂ ਮਨੁੱਖ ਦੇ ਵਿੱਚ ਇਹ ਸਮਰੱਥਾ ਹੈ ਕਿ ਇਹ ਬੋਲ ਕੇ ਆਪਣਾ ਦੁੱਖ ਵੀ ਸਾਂਝਾ ਕਰ ਸਕੇ, ਸੁੱਖ ਵੀ ਸਾਂਝਾ ਕਰ ਸਕੇ, ਜਾਂ ਕੋਈ ਹੋਰ ਦੁਨਿਆਵੀ ਗੱਲਬਾਤ। ਬਲਕਿ ਦੁਨੀਆ ਦੇ ਨਾਲ ਸਾਡੀ ਸਾਂਝ ਅੱਖਾਂ ਕਰਕੇ, ਕੰਨਾਂ ਕਰਕੇ ਤੇ ਜ਼ੁਬਾਨ ਕਰਕੇ। ਅੱਖਾਂ ਨਾਲ ਵੇਖ ਕੇ, ਕੰਨਾਂ ਨਾਲ ਕਿਸੇ ਦੀ ਗੱਲ ਸੁਣ ਕੇ ਤੇ ਜ਼ੁਬਾਨ ਦੇ ਨਾਲ ਬੋਲ ਕੇ। ਜੇ ਇਹ ਸਾਧਨ ਨਾ ਹੋਣ, ਮਨੁੱਖ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਵੀ ਦੁਨੀਆ ਤੋਂ ਟੁੱਟਿਆ ਰਹੇਗਾ। ਜਦ ਕੁਝ ਵੇਖ ਹੀ ਨਹੀਂ ਸਕੇਗਾ, ਕੁਝ ਬੋਲ ਨਹੀਂ ਸਕੇਗਾ, ਕੁਝ ਸੁਣ ਨਹੀਂ ਸਕੇਗਾ, ਤਾਂ ਫਿਰ ਸੰਸਾਰ ਦੇ ਨਾਲ ਸਾਂਝ ਕਿੱਥੋਂ ਬਣੇਗੀ? ਤਾਂ ਇਹ ਵਾਹਿਗੁਰੂ ਜੀ ਦੀਆਂ ਦਾਤਾਂ ਨੇ। ਦੇਣ ਵਾਲੇ ਉਸ ਦਾਤੇ ਦਾ, ਕਰਤੇ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ ਸਿੱਖਿਆ ਦਿੱਤੀ ਹੈ ਕਿ ਜ਼ੁਬਾਨ ਦੀ ਵਰਤੋਂ ਕਿਸ ਢੰਗ ਦੇ ਨਾਲ ਕਰਨੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਸਾਹਿਬ, ਉਹਨਾਂ ਨੇ ਬਹੁਤ ਸੋਹਣੇ ਢੰਗ ਦੇ ਨਾਲ ਇਹਦੀ ਵਿਆਖਿਆ ਕੀਤੀ ਹੈ। ਬਾਬਾ ਕਬੀਰ ਸਾਹਿਬ ਜੀ ਲਿਖਦੇ ਨੇ, ਕੋਈ ਗੁਰਮੁਖ ਮਿਲੇ, ਕੋਈ ਸੰਤ ਮਿਲੇ, ਤੇ ਉਹਦੇ ਨਾਲ ਬਹਿ ਕੇ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਉੱਥੇ ਗੱਲ ਸੱਚ ਦੀ ਹੋਏਗੀ, ਧਰਮ ਦੀ ਹੋਏਗੀ, ਗਿਆਨ ਉਪਦੇਸ਼ ਦੀ ਹੋਏਗੀ। ਸੰਤ ਮਿਲੈ ਕਿਛ ਸੁਣੀਐ ਕਹੀਐ। ਕੋਈ ਸੰਤ ਮਿਲੇ, ਰੱਬ ਦਾ ਪਿਆਰਾ ਮਿਲੇ, ਤੇ ਸੁਣਨੀ ਚਾਹੀਦੀ ਹੈ ਗੱਲ, ਤੇ ਗੱਲ ਕਹਿਣੀ ਵੀ ਚਾਹੀਦੀ ਹੈ। ਭਾਵ ਉਹਦੇ ਨਾਲ ਵਿਚਾਰਾਂ ਦਾ ਵਟਾਂਦਰਾ ਕਰਦੇ ਰਹਿਣਾ ਚਾਹੀਦਾ ਹੈ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ। ਸੰਤ ਦੇ ਅਗਲੇ ਪਾਸੇ ਐੜਾ ਲੱਗ ਗਿਆ, ਅਸੰਤ, ਸੰਤ ਦਾ ਉਲਟਾ ਹੋ ਗਿਆ। ਇਹਦਾ ਭਾਵ ਬਣਿਆ ਕੋਈ ਮੂਰਖ, ਕੋਈ ਅਗਿਆਨੀ, ਕੋਈ ਮਨਮੁਖ ਇਨਸਾਨ ਮਿਲੇ। ਤੇ ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ, ਮਸਤ ਕਰ ਰਹੀ ਹੈ। ਮਸਤ ਕਰ ਰਹੀ ਹੈ ਦਾ ਭਾਵ ਹੈ ਚੁੱਪ ਕਰ ਜਾਣਾ ਚਾਹੀਦਾ ਹੈ। ਮਨਮੁਖ ਦੇ ਨਾਲ ਗੱਲਬਾਤ ਕਰਨ ਦੀ ਬਜਾਏ ਚੁੱਪ ਕਰ ਜਾਣਾ ਬਿਹਤਰ ਰਹੇਗਾ। ਕਿਉਂਕਿ ਉੱਥੇ ਗੱਲ ਬੇਮੁਖਤਾਈ ਦੀ ਹੋਏਗੀ, ਉੱਥੇ ਗੱਲ ਅਗਿਆਨਤਾ ਦੀ ਹੋਏਗੀ, ਉੱਥੇ ਗਿਆਨ ਦੀ ਗੱਲ ਤਾਂ ਹੋਣੀ ਨਹੀਂ। ਸੰਤ ਮਿਲੈ ਕਿ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ। ਹੇ ਭਾਈ, ਜੇ ਬੋਲਣਾ ਹੀ ਹੈ ਤੇ ਦੱਸੋ ਫਿਰ ਕੀ ਕਹਿਣਾ ਚਾਹੀਦਾ, ਮਨੁੱਖ ਨੂੰ ਕੀ ਬੋਲਣਾ ਚਾਹੀਦਾ ਹੈ।
जवाब मिलिया जैसे राम नाम रव रही है। ਇਹੋ ਜਿਹੇ ਬੋਲ ਬੋਲਣੇ ਚਾਹੀਦੇ ਹਨ ਜਿਨ੍ਹਾਂ ਦੇ ਨਾਲ ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਹੋ ਸਕੇ। ਉਹ ਸ਼ਬਦ ਜਿਹੜੇ ਨਿਰੰਕਾਰ ਦੇ ਘਰ ਸਾਨੂੰ ਮਾਣ ਸਨਮਾਨ ਦਿਵਾ ਸਕਣ, ਉਹ ਸ਼ਬਦ ਕਹੀਏ। ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝਕ ਮਾਰੀ। ਬੋਲਤ ਬੋਲਤ ਬੜੇ ਵਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਕਬੀਰ ਜੀ ਕਹਿੰਦੇ ਇਹ ਵੀ ਸਾਡਾ ਤਜਰਬਾ ਹੈ ਕਿ ਜਿਹੜਾ ਘੜਾ ਊਣਾ ਹੁੰਦਾ ਹੈ, ਖਾਲੀ ਹੋਏਗਾ, ਉਹਦਾ ਪਾਣੀ ਜ਼ਿਆਦਾ ਛਲਕਦਾ ਹੈ, ਤੇ ਜਿਹੜਾ ਘੜਾ ਪਾਣੀ ਦੇ ਨਾਲ ਨਕਾ ਨਕ ਭਰਿਆ ਹੋਏਗਾ ਉਹਦਾ ਪਾਣੀ ਕਦੇ ਛਲਕਦਾ ਨਹੀਂ, ਉਹਦੇ ਵਿੱਚ ਟਿਕਾ ਬਣਿਆ ਰਹਿੰਦਾ ਹੈ। ਭਾਵ ਕਿ ਜਿਹੜੇ ਗੁਰੂ ਬਖਸ਼ੇ ਗਿਆਨ ਦੇ ਨਾਲ ਅੰਦਰੋਂ ਭਰੇ ਹੁੰਦੇ ਨੇ ਉਹ ਛਲਕਦੇ ਘੱਟ ਨੇ, ਉਹ ਖਾਮੋਸ਼ ਰਹਿੰਦੇ ਨੇ, ਰੌਲਾ ਰੱਪਾ ਨਹੀਂ ਪਾਉਂਦੇ ਹਨ। ਪਰ ਜਿਨ੍ਹਾਂ ਦੇ ਕੋਲ ਅਧੂਰਾ ਗਿਆਨ ਹੁੰਦਾ ਹੈ, ਅਧੂਰੇ ਗਿਆਨ ਵਾਲੇ ਫਿਰ ਛਲਕਦੇ ਜ਼ਿਆਦਾ ਨੇ, ਉੱਥੇ ਰੌਲਾ ਰੱਪਾ ਵੱਧ ਹੋਏਗਾ, ਮਨ ਦਾ ਸਹਿਜ ਤੇ ਟਿਕਾ ਥੋੜ੍ਹਾ ਹੁੰਦਾ ਹੈ। ਤਾਂ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੱਲ ਜ਼ੁਬਾਨ ਦੀ ਕੀਤੀ ਹੈ ਤੇ ਉਹਨਾਂ ਨੇ ਗੁਰਬਾਣੀ ਵਿੱਚ ਬਹੁਤ ਸੋਹਣੇ ਵਾਕ, ਇਸੇ ਰਾਮਕਲੀ ਰਾਗ ਵਿੱਚ ਜਦੋਂ ਆਪਾਂ ਆਨੰਦ ਸਾਹਿਬ ਬਾਣੀ ਦੀ ਵਿਚਾਰ ਕੀਤੀ ਸੀ ਤੇ ਉਹਦੇ ਵਿੱਚ ਹਜ਼ੂਰ ਦੇ ਇਹ ਬਚਨ ਵਿਚਾਰੇ ਸਨ। ਇਹ ਰਸਨਾ ਤੂੰ ਅੰਧਰਸ ਰਾਚ ਰਹੀ, ਤੇਰੀ ਪਿਆਸ ਨਾ ਜਾਈ। ਐ ਮੇਰੀ ਰਸਨਾ, ਐ ਮੇਰੀ ਜ਼ੁਬਾਨ, ਤੂੰ ਹੋਰ ਰਸਾਂ ਦੇ ਵਿੱਚ ਲੱਗੀ ਹੋਈ ਹੈ, ਇਹਦੇ ਨਾਲ ਤੇਰੀ ਪਿਆਸ ਕਦੇ ਵੀ ਬੁਝੇਗੀ ਨਹੀਂ। ਇੰਦਰੀਆਂ ਦੀ ਪਿਆਸ ਕਿੱਥੇ ਬੁਝਦੀ ਹੈ? ਨਾ ਕੰਨਾਂ ਦੀ ਪਿਆਸ ਬੁਝਦੀ ਹੈ, ਨਾ ਅੱਖਾਂ ਦੀ, ਨਾ ਜ਼ੁਬਾਨ ਦੀ। ਇਹ ਰਸਨਾ ਤੂੰ ਅੰਧਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਈ। ਹਜ਼ੂਰ ਨੇ ਸਮਝਾਇਆ ਸੀ, ਐ ਮੇਰੀ ਰਸਨਾ, ਓਨੀ ਦੇਰ ਤੇਰੀ ਪਿਆਸ ਨਹੀਂ ਬੁਝਣੀ ਜਿੰਨੀ ਦੇਰ ਵਾਹਿਗੁਰੂ ਦਾ ਨਾਮ ਤੇਰੇ ਪੱਲੇ ਨਹੀਂ ਪੈ ਜਾਂਦਾ ਹੈ। ਜਿੰਨੀ ਦੇਰ ਤੱਕ ਉਹਦੇ ਨਾਲ ਨਹੀਂ ਸਾਂਝ ਬਣਦੀ, ਤੇਰੀ ਭਟਕਣਾ ਜਾਰੀ ਰਹੇਗੀ। ਬਹੁਤ ਕੁਝ ਖਾ ਕੇ ਵੀ ਤੇਰੀ ਪਿਆਸ ਨਹੀਂ ਬੁਝੇਗੀ ਤੇ ਬਹੁਤ ਕੁਝ ਬੋਲ ਕੇ ਵੀ ਤੇਰੀ ਪਿਆਸ ਨਹੀਂ ਬੁਝੇਗੀ ਉਹਦੇ ਨਾਮ ਤੋਂ ਬਿਨਾਂ। ਇਹ ਰਸਨਾ ਤੂੰ ਅੰਧਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਜਦੋਂ ਨਾਮ ਪੱਲੇ ਪੈ ਗਿਆ, ਵਾਹਿਗੁਰੂ ਦੀ ਕਿਰਪਾ ਹੋ ਗਈ, ਉਹਦੇ ਤੋਂ ਬਾਅਦ ਇਹ ਤ੍ਰਿਸ਼ਨਾ, ਇਹ ਵਿਸ਼ੇ ਵਿਕਾਰ ਤੈਨੂੰ ਪੋ ਵੀ ਨਹੀਂ ਸਕਣਗੇ। ਤਾਂ ਜ਼ੁਬਾਨ ਹੈ, ਇਹਦੀ ਵਰਤੋਂ ਸਹੀ ਵੀ ਹੋ ਸਕਦੀ ਹੈ, ਮਾੜੀ ਵੀ ਹੋ ਸਕਦੀ ਹੈ। ਇਹੀ ਜ਼ੁਬਾਨ ਹੈ ਜੇ ਇਹ 'ਤੇ ਕਾਬੂ ਨਾ ਹੋਵੇ, ਦੁਨਿਆਵੀ ਚਸਕਿਆਂ ਦੇ ਵਿੱਚ ਫਸੀ ਹੋਈ, ਬਹੁਤ ਕੁਝ ਖਾ ਪੀ ਕੇ ਇਸ ਸਰੀਰ ਨੂੰ ਰੋਗੀ ਕਰ ਦਿੰਦੀ ਹੈ। ਪਦਾਰਥਾਂ ਨੂੰ ਖਾਣਾ ਹੈ ਤੇ ਜ਼ੁਬਾਨ ਦਾ ਚਸਕਾ, ਜ਼ੁਬਾਨ ਦਾ ਰਸ ਹੀ। ਸਰੀਰ ਨੂੰ ਜਿਹੜੀ ਚੀਜ਼ ਦੀ ਲੋੜ ਵੀ ਨਹੀਂ, ਜ਼ੁਬਾਨ ਦੇ ਚਸਕੇ ਕਰਕੇ ਬੰਦਾ ਕਈ ਵਾਰੀ ਉਹ ਵੀ ਖਾ ਲੈਂਦਾ ਹੈ। ਪੇਟ ਭਰਿਆ ਹੁੰਦਾ ਹੈ, ਲੋੜ ਹੈ ਨਹੀਂ ਕੁਝ ਛਕਣ ਦੀ, ਪਰ ਜ਼ੁਬਾਨ ਦਾ ਚਸਕਾ, ਜ਼ੁਬਾਨ ਕਹਿੰਦੀ ਹੈ ਨਹੀਂ ਕੁਝ ਨਾ ਕੁਝ ਚਾਹੀਦਾ ਹੈ। ਜ਼ੁਬਾਨ ਦੇ ਸਵਾਦ ਲਈ, ਜ਼ੁਬਾਨ ਦੇ ਚਸਕੇ ਲਈ ਬੰਦਾ ਵੱਧ ਖਾ ਲੈਂਦਾ ਜਾਂ ਉਹ ਖਾ ਲੈਂਦਾ ਜਿਹੜਾ ਨਹੀਂ ਖਾਣਾ ਚਾਹੀਦਾ ਸੀ, ਤੇ ਬਾਅਦ ਵਿੱਚ ਫਿਰ ਸਰੀਰ ਦੁਖੀ ਹੁੰਦਾ ਹੈ, ਰੋਗ ਲੱਗਦੇ ਨੇ, ਬਿਮਾਰੀਆਂ ਦੇ ਕਾਰਨ ਬੰਦਾ ਹੋਰ ਦੁਖੀ ਹੋਏਗਾ। ਹਜ਼ੂਰ ਨੇ ਤਾਂ ਕਿਹਾ ਇਹਦੇ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਜ਼ੁਬਾਨ ਦੇ ਚਸਕੇ 'ਤੇ ਕਾਬੂ ਪੈ ਜਾਏ ਤੇ ਸਰੀਰ ਦੇ ਬਹੁਤ ਸਾਰੇ ਰੋਗਾਂ ਤੋਂ ਬੰਦਾ ਬਚ ਸਕਦਾ ਹੈ। ਇਹਦੇ ਤੋਂ ਅੱਗੇ ਜੇ ਗੱਲ ਤੋਰੀਏ, ਇਸੇ ਜ਼ੁਬਾਨ ਦੇ ਸ਼ਬਦਾਂ 'ਤੇ ਜੇ ਕਾਬੂ ਪੈ ਜਾਏ ਤੇ ਬਹੁਤ ਸਾਰੀਆਂ ਲੜਾਈਆਂ ਤੇ ਝਗੜਿਆਂ ਤੋਂ ਬਚਿਆ ਜਾ ਸਕਦਾ ਹੈ। ਜੇ ਜ਼ੁਬਾਨ ਦੇ ਸ਼ਬਦਾਂ 'ਤੇ ਬੰਦਾ ਕੰਟਰੋਲ ਕਰਨਾ ਸਿੱਖ ਲਏ। ਸਿਆਣੇ ਕਹਿੰਦੇ ਨੇ ਜ਼ੁਬਾਨ ਚੰਗੀ ਹੋਵੇ ਤੇ ਸਾਨੂੰ ਦੁਨੀਆ 'ਚ ਮਾਣ ਸਨਮਾਨ ਦਿਵਾ ਦਿੰਦੀ ਹੈ। ਇਹੀ ਜ਼ੁਬਾਨ ਜੇਕਰ ਮਾੜਾ ਬੋਲਣ ਲੱਗ ਜਾਏ, ਇਹ ਸਾਡਾ ਬਣਿਆ ਹੋਇਆ ਮਾਣ ਸਨਮਾਨ ਗਵਾ ਦਿੰਦੀ ਹੈ। ਦੋਵੇਂ ਗੱਲਾਂ ਨੇ।
ਜਿਹਨੂੰ ਇੱਕ ਵਿਦਵਾਨ ਨੇ ਕਿਹਾ ਸੀ, ਇਹਦੇ ਕੋਲੋਂ ਭਾਵੇਂ ਤੁਸੀਂ ਕੈਂਚੀ ਦਾ ਕੰਮ ਲੈ ਲਓ ਤੇ ਭਾਵੇਂ ਸੂਈ ਦਾ ਕੰਮ ਲੈ ਲਓ, ਜ਼ੁਬਾਨ ਦੋਵੇਂ ਕੰਮ ਕਰ ਜਾਏਗੀ। ਇਹ ਕੈਂਚੀ ਦਾ ਕੰਮ ਉਦੋਂ ਕਰਦੀ ਹੈ ਜਦੋਂ ਮਾੜਾ ਬੋਲਦੀ। ਜਿਵੇਂ ਕੱਪੜੇ ਨੂੰ ਕੱਟਣਾ ਹੋਵੇ ਤੇ ਕੈਂਚੀ ਵਰਤੀ ਜਾਂਦੀ, ਕੱਟ ਕੱਟ ਕੇ ਬੰਦਾ ਸੁੱਟੀ ਜਾਏ। ਜ਼ੁਬਾਨ ਮਾੜਾ ਬੋਲੇਗੀ ਤੇ ਕੈਂਚੀ ਦੀ ਤਰ੍ਹਾਂ ਕੱਟ ਵੱਢ ਕਰਕੇ ਸੁੱਟਦੀ ਜਾਏਗੀ। ਕਿੰਨੇ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ ਸਿਰਫ ਮਾੜਾ ਬੋਲਣ ਕਰਕੇ। ਤੇ ਜੇ ਇਹਦੇ ਕੋਲੋਂ ਸੂਈ ਦਾ ਕੰਮ ਲੈ ਲਈਏ ਤੇ ਫਿਰ ਇਹਦੇ ਦੁਆਰਾ ਬੋਲੇ ਹੋਏ ਮਿੱਠੇ ਤੇ ਚੰਗੇ ਬਚਨ ਟੁੱਟੇ ਹੋਏ ਰਿਸ਼ਤਿਆਂ ਨੂੰ ਦੁਬਾਰਾ ਫਿਰ ਗੰਢ ਵੀ ਸਕਦੇ ਨੇ। ਇਹ ਤਾਂ ਮਨੁੱਖ ਨੇ ਧਿਆਨ ਦੇਣਾ ਕਿ ਮੈਂ ਇਹਨੂੰ ਕੈਂਚੀ ਦੀ ਤਰ੍ਹਾਂ ਵਰਤਣਾ ਹੈ ਕਿ ਜਾਂ ਫਿਰ ਸੂਈ ਧਾਗੇ ਦੀ ਤਰ੍ਹਾਂ। ਕੰਮ ਦੋਵੇਂ ਲਏ ਜਾ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਇਹੀ ਵਚਨ ਸਮਝਾ ਰਹੇ ਨੇ। ਕਹਿੰਦੇ ਪੰਡਤ ਜੀ, ਜ਼ੁਬਾਨ ਨਿਰੰਕਾਰ ਦੀ ਦਿੱਤੀ ਹੋਈ ਇੱਕ ਦਾਤ ਹੈ, ਪਰ ਮਨੁੱਖ ਨੂੰ ਅਜੇ ਜਾਂਚ ਨਹੀਂ ਆਈ ਕਿ ਇਹਨੂੰ ਵਰਤਣਾ ਕਿਸ ਢੰਗ ਦੇ ਨਾਲ ਹੈ। ਕਿੱਥੇ ਤੇ ਇਹਦੇ ਨਾਲ ਪਰਮੇਸ਼ਰ ਦੇ ਗੁਣ ਗਾਉਣੇ ਸਨ ਤੇ ਗੁਣ ਗਾਉਣ ਵਾਲੇ ਨੇ ਮਿੱਠਾ ਵੀ ਬੋਲ। ਇਹ ਮਿੱਠਾ ਬੋਲਣ ਦਾ ਭਾਵ ਇਹ ਇਸ ਤਰ੍ਹਾਂ ਦਾ ਨਹੀਂ ਕਿ ਬਾਹਰੋਂ ਬੰਦਾ ਮਿੱਠਾ ਬੋਲੇ ਤੇ ਅੰਦਰੋਂ ਕੈਂਚੀ ਚਲਾਵੇ। ਜਦੋਂ ਬਾਣੀ ਵਿੱਚ ਸ਼ਬਦ ਆਉਂਦਾ ਹੈ ਕਿ ਮਨੁੱਖ ਨੇ ਮਿੱਠਾ ਬੋਲਣਾ ਹੈ, ਕਿਉਂਕਿ ਸਾਡੇ ਪਰਮੇਸ਼ਰ ਵਾਹਿਗੁਰੂ ਜੀ ਮਿੱਠਾ ਬੋਲਣ ਵਾਲੇ ਹਨ। ਉਹਦਾ ਗੁਣ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਭਣ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਸਾਡਾ ਪਰਮੇਸ਼ਰ ਮਿੱਠਾ ਬੋਲਦਾ, ਕਦੇ ਕੌੜਾ ਨਹੀਂ ਬੋਲਦਾ ਹੈ। ਤੇ ਮਨੁੱਖ ਨੇ ਵੀ ਮਿੱਠਾ ਬੋਲਣਾ ਹੈ, ਚੰਗਾ ਬੋਲਣਾ ਹੈ। ਪਰ ਇੱਥੇ ਮਿੱਠਾ ਬੋਲਣ ਦਾ ਭਾਵ ਇਹ ਨਹੀਂ ਕਿ ਕੋਈ ਮਨੁੱਖ ਮਿਲੇ ਉਹਦੇ ਨਾਲ ਉਂਝ ਤੇ ਬੰਦਾ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤੇ ਵਿੱਚ ਮਨ ਦੇ ਠੱਗਣ ਦੀ ਭਾਵਨਾ ਹੋਵੇ ਵੀ ਇਹਨੂੰ ਮਿੱਠੀਆਂ ਮਿੱਠੀਆਂ ਗੱਲਾਂ ਚ ਲਾ ਕੇ ਇੱਕ ਵਾਰ ਆਪਣਾ ਬਣਾ ਲਈਏ ਤੇ ਬਾਅਦ ਵਿੱਚ ਲੋੜ ਪੈਣ ਤੇ ਵਰਤ ਕੇ ਤੇ ਫਿਰ ਉਸ ਬੰਦੇ ਨੂੰ ਧੋਖਾ ਦੇ ਦਿੱਤਾ। ਗੁਰਬਾਣੀ ਵਿੱਚ ਮਿੱਠਾ ਬੋਲਣ ਦਾ ਭਾਵ ਧੋਖਾ ਦੇਣ ਵਾਲੇ ਸ਼ਬਦ ਨਹੀਂ ਹਨ। ਇੱਥੇ ਮਿੱਠਾ ਬੋਲਣ ਦਾ ਭਾਵ ਇਹ ਅੰਦਰੋਂ ਬਾਹਰੋਂ ਇੱਕ ਹੋ ਕੇ ਜ਼ੁਬਾਨ ਤੋਂ ਚੰਗੇ ਸ਼ਬਦ ਕਹਿਣੇ। ਤੁਸੀਂ ਕਈ ਵਾਰੀ ਵੇਖਿਆ ਹੋਣਾ, ਦੁਕਾਨਦਾਰ ਵੀ ਕਈ ਵਾਰੀ ਗਾਹਕ ਦੇ ਨਾਲ ਬੜਾ ਮਿੱਠਾ ਬੋਲਦੇ ਨੇ, ਪਰ ਕਈ ਵਾਰੀ ਮਿਠਾਸ ਵਿੱਚ ਕੋਲ ਬਿਠਾ ਕੇ ਫਿਰ ਚੀਜ਼ ਮਹਿੰਗੇ ਭਾਅ ਵੇਚ ਕੇ ਅਗਲੇ ਨੂੰ ਠੱਗ ਵੀ ਜਾਂਦੇ ਹਨ। ਉੱਥੇ ਸ਼ਬਦਾਵਲੀ ਦੀ ਮਿਠਾਸ ਹੈ, ਪਰ ਉਹ ਸ਼ਬਦਾਂ ਦੀ ਮਿਠਾਸ ਬੰਦੇ ਨੂੰ ਠੱਗਣ ਵਾਸਤੇ ਵਰਤੀ ਜਾ ਰਹੀ। ਤੇ ਗੁਰੂ ਸਾਹਿਬ ਜਿਹੜਾ ਮਿੱਠਾ ਬੋਲਣ ਦੀ ਗੱਲ ਕਹਿ ਰਹੇ ਨੇ, ਉਹ ਠੱਗਣ ਵਾਲੇ ਸ਼ਬਦ ਨਹੀਂ ਹੋਣੇ ਚਾਹੀਦੇ। ਤਾਂ ਹਜ਼ੂਰ ਨੇ ਜਿਹੜੇ ਬਚਨ ਸਮਝਾਏ, ਟੂਟੈ ਨਹੀਂ ਕਿ ਬੋਲੇ ਸਹੀ। ਪੰਡਤ ਜੀ ਦੋਵੇਂ ਗੱਲਾਂ ਸਾਡੇ ਸਾਹਮਣੇ ਨੇ। ਮਨੁੱਖ ਕਈ ਵਾਰ ਗੱਲ ਸਹੀ ਵੀ ਕਰ ਰਿਹਾ ਹੋਵੇ, ਮੰਨ ਲਓ ਇੱਕ ਇਨਸਾਨ ਸਹੀ ਗੱਲ ਕਰ ਰਿਹਾ, ਚੰਗੀ ਗੱਲ ਕਰ ਰਿਹਾ, ਸਿਆਣੀ ਗੱਲ ਕਰ ਰਿਹਾ, ਪਰ ਸਾਹਮਣੇ ਵਾਲਾ ਇਨਸਾਨ ਉਸ ਸਿਆਣੀ ਗੱਲ ਨੂੰ ਸਮਝਣ ਦਾ ਯਤਨ ਨਹੀਂ ਕਰ ਰਿਹਾ। ਕਈ ਵਾਰ ਉੱਥੇ ਵੀ ਪਿਆਰ ਟੁੱਟਦਾ ਹੈ, ਪਰ ਉੱਥੇ ਸਾਹਮਣੇ ਵਾਲੇ ਨੂੰ ਸਮਝਣਾ ਚਾਹੀਦਾ ਵੀ ਇਹ ਗੱਲ ਸਹੀ ਕੀਤੀ ਜਾ ਰਹੀ। ਮਿਸਾਲ ਵਜੋਂ ਮਾਤਾ ਪਿਤਾ ਕਈ ਵਾਰ ਔਲਾਦ ਨੂੰ ਸਹੀ ਸਮਝਾ ਰਹੇ ਹੁੰਦੇ ਨੇ, ਪਰ ਔਲਾਦ ਆਪਣੇ ਪਿਓ ਦੀ ਗੱਲ ਜਾਂ ਮਾਂ ਦੀ ਗੱਲ ਸਮਝਣ ਵਾਸਤੇ ਤਿਆਰ ਨਹੀਂ। ਉੱਥੇ ਜੇਕਰ ਬੱਚਾ ਕੋਈ ਗਲਤ ਕਦਮ ਉਠਾਉਂਦਾ ਤਾਂ ਉੱਥੇ ਮਾਂ ਪਿਓ ਦਾ ਕਸੂਰ ਨਹੀਂ, ਉਹ ਤੇ ਸਹੀ ਸਮਝਾ ਹੀ ਰਹੇ ਨੇ। ਇੱਕ ਬੱਚੇ ਦੀ ਮੰਨ ਲਓ ਉਮਰ ਛੋਟੀ ਹੈ ਤੇ ਉਹ ਜਿੱਦ ਕਰ ਰਿਹਾ ਇਸ ਗੱਲ ਦੀ ਵੀ ਮੈਨੂੰ ਬੜਿਆਂ ਥਾਵਾਂ ਤੇ ਮੋਬਾਈਲ ਤੋਂ ਝਗੜਾ ਹੋ ਜਾਂਦਾ। ਹੁਣ ਤਾਂ ਵੀ ਹਰ ਇੱਕ ਬੱਚੇ ਨੂੰ ਚਾਹੀਦਾ ਆਪਣਾ ਵੱਖਰਾ ਮੋਬਾਈਲ। ਉਮਰ ਘੱਟ ਹੈ, ਪੜ੍ਹਾਈ ਦਾ ਸਮਾਂ ਚੱਲ ਰਿਹਾ, ਉਹ ਕਹਿੰਦੇ ਨਹੀਂ ਮੈਂ ਤੇ ਮਹਿੰਗਾ ਮੋਬਾਈਲ ਲੈਣਾ। ਤੇ ਮਾਤਾ ਪਿਤਾ ਰੋਕਦੇ ਨੇ ਵੀ ਥੋੜਾ ਜਿਹਾ ਹੋਰ ਤੂੰ ਅੱਗੇ ਵੱਧ, ਪੜ੍ਹ ਲਿਖ, ਫਿਰ ਤੈਨੂੰ ਲੈ ਕੇ ਦਿਆਂਗੇ। ਤੇ ਬੱਚੇ ਕ੍ਰੋਧ ਵਿੱਚ ਆ ਕੇ ਕਈ ਵਾਰ ਮਾਂ ਪਿਓ ਨਾਲ ਝਗੜਨ ਲੱਗ ਪੈਂਦੇ ਨੇ, ਘਰ ਛੱਡਣ ਤੇ ਮਰਨ ਤੱਕ ਦੀਆਂ ਧਮਕੀਆਂ ਦਿੰਦੇ ਨੇ, ਸਿਰਫ ਇਸ ਕਰਕੇ ਕਿ ਮਾਂ ਪਿਓ ਨੇ ਉਹ ਚੀਜ਼ ਲੈ ਕੇ ਨਹੀਂ ਦਿੱਤੀ ਹੈ। ਉੱਥੇ ਮਾਂ ਪਿਓ ਸਹੀ ਨੇ, ਉਹ ਤਾਂ ਸਮਝਾ ਰਹੇ ਨੇ ਵੀ ਤੇਰੇ ਭਲੇ ਵਾਸਤੇ ਹੀ ਇਹ ਤੇਰੀ ਲੋੜ ਹੋਏਗੀ, ਪਰ ਅਜੇ ਨਹੀਂ। ਜਦੋਂ ਤੂੰ ਅੱਗੇ ਵਧੇਗਾ ਜ਼ਿੰਦਗੀ 'ਚ ਅਗਾਂਹ ਜਿੱਥੇ ਤੈਨੂੰ ਲੋੜ ਹੋਏਗੀ ਉੱਥੇ ਲੈ ਕੇ ਦਿਆਂਗੇ। ਕਈ ਵਾਰੀ ਛੋਟੀ ਉਮਰ ਦੇ ਬੱਚੇ ਮੋਟਰਸਾਈਕਲ ਬਾਈਕ ਦੀ ਜਿੱਦ ਕਰਨ ਲੱਗ ਪੈਂਦੇ ਨੇ ਤੇ ਬੜਿਆਂ ਥਾਵਾਂ ਤੇ ਝਗੜੇ ਦਾ ਕਾਰਨ ਇਹ ਬਣ ਜਾਂਦਾ ਹੈ। ਉੱਥੇ ਔਲਾਦ ਨੂੰ ਸਮਝਣ ਦੀ ਲੋੜ ਪਏਗੀ ਵੀ ਮਾਤਾ ਪਿਤਾ ਸਾਡੇ ਭਲੇ ਬਾਰੇ ਸੋਚ ਰਹੇ ਨੇ।
ਆ ਥੋੜ੍ਹੇ ਦਿਹਾੜੇ ਪਹਿਲਾਂ ਦੀ ਗੱਲ ਹੈ, ਬਲਕਿ ਨਿਊਜ਼ਪੇਪਰ ਦੇ ਵਿੱਚ ਛਪੀ ਹੋਈ ਘਟਨਾ ਰਾਜਸਥਾਨ ਦੀ। ਇੱਕ ਬੱਚਾ ਸਵੇਰੇ ਸ਼ਾਮ 24 ਘੰਟੇ ਮੋਬਾਈਲ ਦੀ ਵਰਤੋਂ ਕਰਦਾ ਰਿਹਾ, ਜਿਸ ਕਾਰਨ ਕਰਕੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ। ਤੇ ਇੰਨੀ ਜ਼ਿਆਦਾ ਪਰੇਸ਼ਾਨੀ, ਉਹ ਬੱਚਾ ਹੁਣ ਰਾਤ ਨੂੰ ਸੌਣਾ ਚਾਹੁੰਦਾ ਤੇ ਨੀਂਦ ਵੀ ਨਹੀਂ ਆਉਂਦੀ ਹੈ। 24 ਘੰਟੇ ਜਾਗ ਰਿਹਾ ਲਗਾਤਾਰ। ਕਾਹਦੇ ਕਰਕੇ? ਮੋਬਾਈਲ ਦੀ ਲੱਤ ਲੱਗ ਗਈ। ਉਹਦੀ ਜਿੱਦ ਪੂਰੀ ਕਰਨ ਵਾਸਤੇ ਮਾਂ ਪਿਓ ਨੇ ਲੈ ਕੇ ਦੇ ਦਿੱਤਾ। ਰਾਤ ਵੀ ਹਨੇਰੇ ਦੇ ਵਿੱਚ ਵੀ ਗੇਮਾਂ ਖੇਡੀ ਜਾਣੀਆਂ, ਦਿਨੇ ਵੀ ਲੱਗੇ ਰਹਿਣਾ। ਲਗਾਤਾਰ 24 ਘੰਟੇ ਮੋਬਾਈਲ ਦੀ ਕੀਤੀ ਹੋਈ ਵਰਤੋਂ ਨੇ ਉਸ ਬੱਚੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਤੇ ਜੇ ਕਿਤੇ ਮਾਂ ਪਿਓ ਦੀ ਸੁਣੀ ਹੁੰਦੀ ਤੇ ਉਹਦੀ ਜ਼ਿੰਦਗੀ ਤਾਂ ਉਸੇ ਦੀ ਬਚਣੀ ਸੀ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਾਕ ਇੱਥੇ ਜੋ ਪਹਿਲਾ ਬਚਨ ਸਮਝਾਉਂਦੇ ਨੇ, ਟੂਟੈ ਨੇਹ ਕਿ ਬੋਲੇ ਸਹੀ। ਕਈ ਵਾਰ ਗੱਲ ਬਿਲਕੁਲ ਸਹੀ ਹੁੰਦੀ ਹੈ, ਸਮਝਾਉਣ ਵਾਲਾ ਜਿਹੜਾ ਗੱਲ ਕਹਿ ਰਿਹਾ ਬੜੇ ਸਹੀ ਢੰਗ ਨਾਲ ਕਹਿ ਰਿਹਾ ਵੀ ਆਹ ਗੱਲ ਇਵੇਂ ਨਹੀਂ ਬਲਕਿ ਇਵੇਂ ਹੈ, ਪਰ ਸਾਹਮਣੇ ਵਾਲਾ ਨਾ ਸਮਝੇ, ਉਹ ਆਪਣਾ ਪਿਆਰ ਤੋੜ ਬਹਿੰਦਾ, ਕਹਿੰਦੇ ਨਹੀਂ ਇਹਦੀ ਗੱਲ ਨਹੀਂ ਮੰਨਣੀ, ਇਹ ਮੇਰੇ ਮੁਤਾਬਕ ਠੀਕ ਨਹੀਂ। ਉੱਥੇ ਕਹਿਣ ਵਾਲਾ ਸਹੀ ਹੈ, ਪਰ ਸਾਹਮਣੇ ਵਾਲਾ ਜਿਹਨੂੰ ਸਮਝਾਇਆ ਜਾ ਰਿਹਾ ਉਹ ਗਲਤ ਹੈ। ਟੂਟੈ ਬਾਹਾਂ ਦੋਹਾਂ ਦਿਸ਼ ਗਹੀ। ਪਰ ਉੱਥੇ ਸਿਆਣਾ ਬੰਦਾ ਸੋਚਦਾ ਵੀ ਦੁਬਿਧਾ ਵਿੱਚ ਨਹੀਂ ਪੈਣਾ, ਇੱਕ ਪਾਸਾ ਤਾਂ ਕਰਨਾ ਪਏਗਾ। ਹੁਣ ਬੰਦਾ ਜੇ ਦੁਬਿਧਾ ਦੇ ਵਿੱਚ ਹੋਵੇ, ਮੰਨ ਲਓ ਇੱਕ ਬੰਦਾ ਚਿੱਕੜ ਦੇ ਵਿੱਚ ਫਸਿਆ ਹੋਇਆ, ਦਲਦਲ ਵਿੱਚ ਫਸਿਆ ਹੋਇਆ, ਉਹਨੂੰ ਜੇ ਆਪਾਂ ਦਲਦਲ ਵਿੱਚੋਂ ਬਾਹਰ ਕੱਢਣਾ ਤੇ ਇੱਕ ਪਾਸਿਓਂ ਬਾਂਹ ਫੜ ਕੇ ਬਾਹਰ ਕੱਢਾਂਗੇ ਨਾ, ਦੋਵੇਂ ਪਾਸਿਓਂ ਜੇ ਬਾਹਾਂ ਫੜੀਆਂ ਜਾਣ, ਇੱਕ ਨੇ ਸੱਜੀ ਬਾਂਹ ਫੜ ਲਈ, ਦੂਜੇ ਨੇ ਖੱਬੀ ਫੜ ਲਈ, ਤੇ ਬਾਹਾਂ ਤਾਂ ਟੁੱਟ ਜਾਣਗੀਆਂ ਪਰ ਦਲਦਲ ਵਿੱਚੋਂ ਬਾਹਰ ਨਹੀਂ ਨਿਕਲ ਸਕੇਗਾ। ਤੇ ਗੁਰੂ ਸਾਹਿਬ ਕਹਿਣ ਲੱਗੇ, ਪੰਡਤ ਜੀ ਦੁਬਿਧਾ ਤਾਂ ਬੰਦੇ ਨੂੰ ਮਾਰਦੀ ਆ ਨਾ, ਜੇ ਦੋ ਦਿਸ਼ਾਵਾਂ 'ਚ ਬਾਹਾਂ ਪਕੜਾਵਾਂਗੇ ਤੇ ਬਾਹਾਂ ਟੁੱਟ ਜਾਣਗੀਆਂ, ਦਲਦਲ ਵਿੱਚੋਂ ਫਿਰ ਨਹੀਂ ਨਿਕਲਿਆ ਜਾਣਾ, ਚਿੱਕੜ 'ਚ ਬੰਦਾ ਫਸਿਆ ਰਹੇਗਾ। ਗੱਲ ਚਾਹੇ ਪਰਮੇਸ਼ਰ ਦੀ ਕਰੋ ਤੇ ਚਾਹੇ ਸੰਸਾਰ ਦੀ, ਬੰਦੇ ਨੂੰ ਦੁਬਿਧਾ ਛੱਡਣੀ ਪਏਗੀ। ਉੱਥੇ ਵਿੱਚ ਵਿਚਾਲਾ ਨਹੀਂ ਚੱਲੇਗਾ। ਇੱਕ ਪਾਸੇ ਰੱਬ ਨੂੰ ਕਹਿਣਾ ਵੀ ਮੈਂ ਪਰਮੇਸ਼ਰ ਦੀ ਬੰਦਗੀ ਕਰਨਾ, ਦੂਜੇ ਪਾਸੇ ਬੇਈਮਾਨੀਆਂ ਤੇ ਠੱਗੀਆਂ ਠੋਰੀਆਂ ਵੀ ਕਰੀ ਜਾਣੀਆਂ। ਇਹ ਜਿਹੜੀ ਦੁਬਿਧਾ ਵਾਲੀ ਅਵਸਥਾ ਹੈ ਬੰਦੇ ਨੂੰ ਹਮੇਸ਼ਾ ਮਾਰਦੀ ਹੈ। ਟੂਟੈ ਨੇਹ ਕੇ ਬੋਲੇ ਸਹੀ, ਟੂਟੈ ਬਾਹਾਂ ਦੋਹਾਂ ਦਿਸ਼ ਗਹੀ, ਟੂਟ ਪਰੀਤ ਗਈ ਬੁਰ ਬੋਲ। ਹੁਣ ਸਾਹਮਣੇ ਵਾਲੇ ਨੂੰ ਸਮਝਾਇਆ ਪਰ ਉਹ ਸਮਝਿਆ ਨਹੀਂ, ਉਹਨੇ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਤੇ ਬੁਰਾ ਬੋਲਣ ਦੇ ਨਾਲ ਤੇ ਹਮੇਸ਼ਾ ਪਿਆਰ ਦੀਆਂ ਸਾਂਝਾਂ ਟੁੱਟਦੀਆਂ ਹੀ ਹਨ। ਜਦੋਂ ਅਸੀਂ ਬੁਰਾ ਬੋਲਾਂਗੇ, ਮੰਦਾ ਬੋਲਾਂਗੇ, ਸਾਡੀ ਜ਼ੁਬਾਨ ਵਿੱਚ ਮਿਠਾਸ ਨਹੀਂ ਹੋਏਗੀ। ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਜਦੋਂ ਆਪਾਂ ਆਸਾ ਕੀ ਵਾਰ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਇੱਥੋਂ ਤੱਕ ਬਚਨ ਸਮਝਾਏ ਨੇ, ਜ਼ੁਬਾਨ ਫਿੱਕਾ ਬੋਲੇ ਬੰਦੇ ਦਾ ਤਨ ਮਨ ਸਾਰਾ ਕੁਝ ਫਿੱਕਾ ਹੋ ਜਾਏਗਾ। ਜ਼ੁਬਾਨ ਦੀ ਮਿਠਾਸ ਸਾਡੇ ਮਨ ਨੂੰ, ਸਾਡੇ ਤਨ ਨੂੰ ਮਿਠਾਸ ਦਿੰਦੀ ਹੈ। ਜ਼ੁਬਾਨ ਦਾ ਫਿੱਕਾਪਣ ਸਾਡੇ ਤਨ, ਸਾਡੇ ਮਨ ਦੋਨਾਂ ਨੂੰ ਫਿੱਕਾ ਕਰ ਦਿੰਦਾ ਹੈ। ਇਹ ਹਰ ਬੰਦਾ ਤਜਰਬਾ ਕਰ ਸਕਦਾ ਔਰ ਕਈਆਂ ਦਾ ਤਜਰਬਾ ਹੋਏਗਾ ਵੀ। ਮੰਨ ਲਓ ਅੱਜ ਸਾਡਾ ਕਿਸੇ ਨਾਲ ਝਗੜਾ ਹੋਇਆ ਤੇ ਝਗੜੇ ਵਿੱਚ ਇੱਕ ਦੂਜੇ ਨੂੰ ਮਾੜਾ ਬੋਲਿਆ, ਗਾਲਾਂ ਕੱਢੀਆਂ, ਕ੍ਰੋਧ ਵਿੱਚ ਆ ਕੇ ਗੱਲਾਂ ਕੀਤੀਆਂ, ਮਹੀਨਾ ਲਗਾਤਾਰ ਮਨੁੱਖ ਦੇ ਮਨ ਦੇ ਵਿੱਚ ਉਹ ਗੱਲਾਂ ਚੱਲਦੀਆਂ ਰਹਿੰਦੀਆਂ, ਮਨ ਟਿਕਦਾ ਨਹੀਂ, ਰੋਜ਼ ਉਹ ਗੱਲਾਂ ਅੰਦਰ ਚੱਲਦੀਆਂ ਰਹਿਣਗੀਆਂ। ਉਹਨੇ ਮੈਨੂੰ ਆਹ ਗੱਲ ਕਹੀ ਸੀ, ਮੈਂ ਆਹ ਗੱਲ ਕਹੀ, ਉੱਥੇ ਮੈਨੂੰ ਆਹ ਗੱਲ ਕਹਿਣੀ ਚਾਹੀਦੀ ਸੀ। ਉਹ ਜੋ ਝਗੜਾ ਹੋਇਆ ਜਿੱਥੇ ਬੰਦੇ ਨੇ ਖੁਦ ਵੀ ਫਿੱਕਾ ਬੋਲਿਆ, ਉਹ ਫਿੱਕਾਪਣ ਅੰਦਰੋਂ ਬਿਲਕੁਲ ਨਹੀਂ ਜਾਏਗਾ, ਬਲਕਿ ਲੰਮਾ ਸਮਾਂ ਉਹਦਾ ਅਸਰ ਰਹਿੰਦਾ ਹੈ। ਕੌੜਾ ਬੋਲਣ ਵਾਲਾ ਇਨਸਾਨ ਦੂਜੇ ਨੂੰ ਕੌੜਾ ਬੋਲ ਕੇ ਇਹ ਨਾ ਸਮਝੇ ਕਿ ਮੇਰਾ ਕੁਝ ਨੁਕਸਾਨ ਨਹੀਂ ਹੋਇਆ। ਹਜ਼ੂਰ ਕਹਿੰਦੇ ਕੁੜੱਤਣ ਉਹਦੇ ਆਪਣੇ ਅੰਦਰ ਵੀ ਅਸਰ ਕਰ ਰਹੀ ਹੈ, ਬਲਕਿ ਉਹਦੇ ਅੰਦਰ ਜ਼ਹਿਰ ਦੀ ਤਰ੍ਹਾਂ ਅਸਰ ਕਰ ਰਹੀ ਹੈ। ਹੁਣ ਤਾਂ ਬਕਾਇਦਾ ਮਨੋਵਿਗਿਆਨੀਆਂ ਦੀ ਗੱਲਾਂ ਸਾਬਤ ਕੀਤੀਆਂ ਨੇ। ਆਪਾਂ ਕਹਾਂਗੇ ਵੀ ਉਹ ਤਾਂ ਪੁਰਾਣੀਆਂ ਗੱਲਾਂ ਨੇ ਜੀ, ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਕਹੀਆਂ। ਤੁਸੀਂ ਮਨੋਵਿਗਿਆਨੀਆਂ ਦੀਆਂ ਲਿਖਤਾਂ ਪੜ੍ਹ ਕੇ ਵੇਖੋ, ਗੁਰੂ ਸਾਹਿਬਾਨ ਦੇ ਵਾਕ ਲੋਕਾਂ ਨੂੰ ਅੱਜ ਸਮਝ ਆ ਰਹੇ ਨੇ। ਉਹਨਾਂ ਖੋਜਾਂ ਕਰ ਕਰਕੇ ਸਾਬਤ ਕੀਤਾ ਵੀ ਗੁੱਸੇ 'ਚ ਆਇਆ ਹੋਇਆ ਬੰਦਾ, ਕ੍ਰੋਧ ਵਿੱਚ ਆਇਆ ਹੋਇਆ, ਪ੍ਰਸ਼ਾਦਾ ਵੀ ਛਕਦਾ, ਰੋਟੀ ਵੀ ਖਾਂਦਾ, ਤੇ ਰੋਟੀ ਵੀ ਉਹਦੇ ਸਰੀਰ ਤੇ ਜ਼ਹਿਰ ਵਰਗਾ ਅਸਰ ਕਰਦੀ।
अंदर क्रोध चल रहा, गुस्सा चल रहा, डाइनिंग टेबल ते बैठा हुए कुछ खा रहे पर नाल दी नाल पत्नी नाल झगड़ रहा, बच्चों नूं गालां कढ़ रहे, तो वो जो रोटी की बुरकी भी तोड़ के खा रहे, चंगा असर नहीं, अमृत वर्गा असर नहीं करेगी, वो जहर वर्गा असर करेगी। ये तो हुण मनोविग्यानी खोजा करके साबित कर रहे। हजूर ने सदियां पहला गल कह दी सी, नानक फिक्का बोले है तन मन फिक्का होए, फिक्को फिक्का सदी है फिक्के फिक्की सोए। फिक्का बोलन वाले दा तन मन फिक्का ही रहेगा, वो कुड़तन वो अंदर असर करेगी। दूजे नूं असर अंदाज असी बाद विच करांगे माड़ा बोल के, खुद उहदा असर असी पहला कबूलांगे। बल्कि गुस्सा क्रोध इंसान नूं शरीरक तौर पर भी दुखी करता है, मानसिक रोगां नूं जन्म दिंदा है। जिहड़े लोग सारा दिन क्रोध विच रहिंदे हैं वो दिमागी तौर पर भी कमज़ोर होणगे। तो गुरु साहब ने इत्थे शब्द जिहड़े वरते ने, सानूं जिथे निरंकार की इबादत की सिक्ख्या दिंदे ने, उत्थे नाल महाराज सानूं ये भी समझाउंदे ने, भाई परमेश्वर की प्राप्ति लई मनुख नूं ये भी जरूरी है कि उहदी जुबान च मिठास होवे, वो चंगा बोले। टूट परीत गई बुर बोल, बुरा बोलिया तो प्यार की सांझ टुट गई। दुरमत परहर छाडी ढोल, ढोल का मतलब है ढोला वाहिगुरु परमेश्वर अकाल पुरख। जदों किसी ने माड़े शब्द बोले, उहदी दुरमत करके वाहिगुरु ने उन्होंने छड़ दिता, परमेश्वर ने उहदे नाल कोई सांझ ना रखी। टूटे गंठ पड़े विचार, पर जे बंदा बाद विच भी चलो विचार कर ले, पहला गलती हो गई, पर बाद विच विचार करे, इस गल नूं समझे कि मेरा करके सांझ टुटी। महाराज कहते टुटियां हुई गंढां दोबारा फिर बच जाणगियां। टूटे गंठ पड़े, टुटी हुई सांझ विच गंढ पै जाती है। कादे नाल? विचार, जे विचार करने शुरू करे। गुर शब्दी घर कारज सार, इसे तरह गुरु का शब्द है मिठास देने वाला, जिहड़ा साडी जिंदगी के कारजां नूं रास कर दिंदा है, साडे कारज सोहणे निपरे चढ़नगे। लाहा साच ना आवे टोटा, सच नाल जुड़िया हमेशा लाहा मिलता है, कदे टोटा नहीं पएगा। त्रिभवन ठाकुर प्रीतम मोटा, मोटा का मतलब है वड्डा महान ताकत वाला। तिन्ना भवनां दे विच वसिया है ठाकुर परमेश्वर, जिहड़ा सब तो वड्डा है। फिर गुरु साहब का वचन है, ठाको मनुआ राखो ठाई, ठहक मुई अवगुण पछताई। ठाको मनुआ, मनुआ मतलब मन। जदों पिछले पासे ऐड़ा लग गया, इनू कहते हैं अल्पार्थक नाम। जदों किसी की ताकत नूं घटा के पेश करना होवे, मन शब्द तो बनिया मनुआ, विचारा मन, जिहदे विच कोई ताकत नहीं। ठाको मनुआ, हे भाई शब्द नाल जोड़ के इस विचारे मन नूं रोकण दा यतन करो। राखो ठाई, जिहड़ा थिड़कदा फिरदा इनू एक जगह ते टिकाओ। ठहक मुई अवगुण पछताए, जिहड़ी जीव इस्त्री अवगुणा दे विच फसी हुई है, वो तो विचारी पछताउंदी है बाद विच, क्योंकि उन्हें फिर समझ पैंदी है कि मैं भटक भटक के अपना समा बर्बाद किया है। ठाकुर एक सबाई नार, बहुते वेश करे कूड़ियार। इस समुचे संसार विच ठाकुर एक, मालक केवल एक ही है। सबाई नार, बाकी जिन्ने भी लोग ने सब उहदियां इस्त्रियां ने, परमेश्वर सब दा मालक है। बहुते वेश कड़े करे कूड़ियार, झूठ दे राह ते चलन वाली जीव इस्त्री वेश तां बहुत करदी है, लिबास रंग बिरंगे पहनदी है, धर्म का लिबास भी पा लिया, चमक दमक वाले कपड़े भी पा ले, पर महाराज कहते ये बाहरी लिबास जां बाहर दे दिखावे नहीं उन्होंने प्रवान होणगे। बहुते वेश करे कुड़ियार, पर कर जाति ठाक रहाई, महल बुलाई ठाक ना पाई। पर कर जाति, उस जीव इस्त्री ने जेकर सही वाहिगुरु दे नाम नूं सिमरना शुरू किया ते कल्ले पहरावे ते जोर देना छड्ड के अपने जीवन नूं सवारिया, महाराज कहंदे वो जिहड़ी पराए घर दौड़ रही सी, पराए घर मतलब माया वाले पासे, पर कर जाति ठाक रहाई, उन्होंने परमात्मा ने रोक लिया, उहदी भटकना खत्म कर दी। महल बुलाई ठाक ना पाई,
ਉਹਨੂੰ ਆਪਣੇ ਮਹਿਲ ਵਿੱਚ ਬੁਲਾ ਲਿਆ, ਆਪਣੇ ਘਰ ਵਿੱਚ ਥਾਂ ਦੇ ਦਿੱਤੀ। ਜਿਹਨੂੰ ਉਹਨੇ ਘਰ ਵਿੱਚ ਥਾਂ ਦਿੱਤੀ, ਉਹਦੇ ਰਾਹ ਦੇ ਵਿੱਚ ਫਿਰ ਕੋਈ ਰੁਕਾਵਟ ਨਹੀਂ ਪਾ ਸਕੇਗਾ। ਠਾਕ ਨਾ ਪਾਈ, ਠਾਕ ਮਤਲਬ ਰੁਕਾਵਟ, ਕਿਸੇ ਨੂੰ ਰੋਕ ਲੈਣਾ। ਵਿਸ਼ੇ ਵਿਕਾਰ ਪਹਿਲਾਂ ਰੋਕ ਲੈਂਦੇ ਸਨ, ਪਰ ਮਹਾਰਾਜ ਕਹਿੰਦੇ ਹੁਣ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਨੂੰ ਰੋਕ ਨਹੀਂ ਸਕਣਗੇ। ਤੇ ਅਖੀਰ ਵਿੱਚ ਬਚਨ ਨੇ, ਸ਼ਬਦ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕੁਰ ਧਾਰੀ। ਸ਼ਬਦ ਸਵਾਰੀ, ਜਿਹੜੀ ਗੁਰਮੁਖ ਜੀਵ ਇਸਤਰੀ ਨੂੰ ਸ਼ਬਦ ਨਾਲ ਜੋੜ ਕੇ ਵਾਹਿਗੁਰੂ ਨੇ ਸਵਾਰਿਆ। ਸਾਚ ਪਿਆਰੀ, ਉਹ ਸੱਚੇ ਪਰਮੇਸ਼ਰ ਨੂੰ ਪਿਆਰੀ ਲੱਗਣ ਲੱਗ ਜਾਂਦੀ ਹੈ। ਸਾਈ ਸੁਹਾਗਣ, ਅਸਲ ਵਿੱਚ ਹੈ ਉਹੀ ਸੁਹਾਗਣ। ਠਾਕੁਰ ਧਾਰੀ, ਜਿਹਨੂੰ ਠਾਕੁਰ ਨੇ ਧਾਰਨ ਕਰ ਲਿਆ, ਭਾਵ ਜਿਹਨੂੰ ਵਾਹਿਗੁਰੂ ਜੀ ਨੇ ਪ੍ਰਵਾਨ ਕਰ ਲਿਆ। ਜਿਹੜੀ ਉਹਦੇ ਘਰ 'ਚ ਪ੍ਰਵਾਨ ਹੋ ਗਈ, ਉਹ ਸੁਹਾਗਣ ਵੀ ਹੈ, ਉਹ ਸ਼ਬਦ ਨਾਲ ਜੁੜੀ ਹੋਈ ਹੈ, ਤੇ ਉਹਦਾ ਜੀਵਨ ਸਵਰ ਜਾਂਦਾ ਹੈ। ਸੋ ਇਹ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਬਖਸ਼ਿਸ਼ ਕਰਦੇ ਨੇ। ਸਤਿਗੁਰ ਕਿਰਪਾ ਕਰਨ, ਗੁਰਬਾਣੀ ਦੇ ਵਾਕ ਸਾਡੇ ਹਿਰਦੇ ਵਿੱਚ ਵਸਣ, ਗੁਰੂ ਕਿਰਪਾ ਦੇ ਪਾਤਰ ਹੋ ਸਕੀ। ਅੱਜ ਦੀਆਂ ਇੰਨੀਆਂ ਹੀ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ। ਆਓ ਸਾਰੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ